ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ। ਤਨ ਗੁਰ ਸੇਵੀਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਗੋਂਡ ਚੌਪਦੀ ਮਹੱਲਾ ਚੌਥਾ। ਘਰ ਪਹਿਲਾ ਜੇ ਮਨ ਚਿੱਤ ਆਸ ਰਖੇ ਹਰ ਊਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਜੇ ਮਨ ਚਿੱਤ ਆਸ ਰਖੇ ਹਰ ਊਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ
ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੀ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਹਰੀ ਦੇ ਮੰਦਰ ਵਿੱਚੋਂ, ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਪ੍ਰਾਪਤ ਹੋਇਆ, ਜੋ ਸ਼੍ਰੀ ਮੁਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਕਥਾ ਦਾ, ਉਸ ਦੀ ਵਿਚਾਰ ਦਾ। ਜਿੱਥੇ ਆਪ ਜੀ ਮੰਜੀ ਸਾਹਿਬ ਦੇ ਅਸਥਾਨ ਤੇ ਸੱਜ ਬੈਠੇ ਹੋ, ਉੱਥੇ ਪੂਰੇ ਸਿੱਖ ਸੰਸਾਰ ਦੇ ਵਿੱਚ, ਸਿੱਖ ਜਗਤ ਦੇ ਵਿੱਚ ਭਾਵੇਂ ਕੋਈ ਤਿਆਰ ਬਰ ਤਿਆਰ ਖਾਲਸਾ ਹੈ, ਕੋਈ ਨਾਨਕ ਨਾਮ ਲੇਵਾ ਹੈ, ਜਿਸ ਪਾਸ ਵੀ ਥੋੜਾ ਹੀ ਜਿਹਾ ਸਮਾਂ ਔਰ ਆਸਥਾ ਹੈ,
ਉਹ ਇਸ ਵਕਤ ਇਸ ਯੁੱਗ ਦਾ ਲਾਭ ਉਠਾਉਣ ਵਾਸਤੇ ਇਸ ਯੁੱਗ ਦੀ ਜਿਹੜੀ ਸਭ ਤੋਂ ਵੱਡੀ ਕਰਾਮਾਤ ਹੈ ਕਿ ਅੱਜ ਸਾਡੇ ਕੋਲ ਟੀਵੀ ਹੈ, ਇਲੈਕਟ੍ਰੋਨਿਕ ਮੀਡੀਆ ਹੈ, ਔਰ ਅਸੀਂ ਘਰਾਂ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਦੇ ਦਰਸ਼ਨ ਵੀ ਕਰਦੇ ਹਾਂ ਔਰ ਬਾਣੀ ਦੀ ਜੋ ਅੰਮ੍ਰਿਤ ਵਰਖਾ ਹੁੰਦੀ ਹੈ ਉਹਦੇ ਨਾਲ ਸਰਸ਼ਾਰ ਵੀ ਹੁੰਦੇ ਆ। ਸੋ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਸੰਗਤ ਇਸ ਵਕਤ ਜੁੜੀ ਹੋਈ ਹੈ ਕਿ ਅੱਜ ਦਾ ਕੀ ਹੁਕਮ ਹੈ। ਇੰਗਲੈਂਡ ਦੇ ਵਿੱਚ ਇੱਕ ਸ਼ਹਿਰ ਹੈ ਡਰਬੀ, ਉੱਥੇ ਇੱਕ ਸਰਦਾਰ ਸਾਹਿਬ ਰਹਿੰਦੇ ਨੇ, ਸਰਦਾਰ ਮੱਖਣ ਸਿੰਘ। ਪਤਾ ਨਹੀਂ ਅੱਜ ਉਹਨਾਂ ਦੀ ਹਜਾਤੀ ਹੈ ਨਹੀਂ ਹੈ, ਪਰ ਇਹ ਕੋਈ 23-24 ਸਾਲ ਪੁਰਾਣੀ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਿਆ। ਉਹ ਕਹਿੰਦੇ ਹੁੰਦੇ ਸੀ ਵੀ ਸਾਡੇ ਬਜ਼ੁਰਗ ਬਿਲਕੁਲ ਅਨਪੜ੍ਹ ਸਨ, ਸਕੂਲ ਦਾ ਮੂੰਹ ਤੱਕ ਨਹੀਂ ਸੀ ਵੇਖਿਆ, ਪਰ ਜਦੋਂ ਘਰੋਂ ਗੱਡਾ ਜੋੜਨਾ, ਬਲਦ ਜੋੜਨੇ, ਗੁਰਦੁਆਰੇ ਦੇ ਸਾਹਮਣੇ ਜਾ ਕੇ ਗੱਡਾ ਖੜਾ ਕਰ ਦੇਣਾ, ਬਲਦ ਖੜੇ ਕਰ ਦੇਣੇ, ਅੰਦਰ ਦਰਬਾਰ ਵਿੱਚ ਜਾ ਕੇ ਮੱਥਾ ਟੇਕਣਾ ਤੇ ਗ੍ਰੰਥੀ ਸਾਹਿਬ ਨੂੰ ਪੁੱਛਣਾ ਵੀ ਅੱਜ ਦੀ ਤੁਕ ਕਿਹੜੀ ਹੈ, ਅੱਜ ਦੀ ਪੰਕਤੀ ਕਿਹੜੀ ਹੈ। ਤੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਨੇ ਇੱਕ ਪੰਕਤੀ ਰੋਜ਼ ਦੇਣੀ। ਉਹ ਪੰਕਤੀ ਅੱਜ ਦਾ ਉਪਦੇਸ਼ ਹੋ ਗਿਆ। ਸਾਰਾ ਦਿਨ ਹਲ ਵਾਉਂਦੇ ਆ, ਪੱਠੇ ਵੱਢਦੇ ਆ, ਪੱਠੇ ਕੁਤਰਦੇ ਆ, ਜਦੋਂ ਵੀ ਗੱਲਬਾਤ ਤੋਂ ਫੁਰਸਤ ਮਿਲਣੀ, ਸਮਾਂ ਮਿਲਣਾ, ਉਸ ਪੰਕਤੀ ਨੂੰ ਪੜ੍ਹਨਾ। ਹੁਣ ਅਗਲਾ ਦਿਨ ਆ ਗਿਆ, ਫਿਰ ਉਸੇ ਤਰ੍ਹਾਂ ਫਿਰ ਭਾਈ ਸਾਹਿਬ ਅੱਜ ਦੀ ਕਿਹੜੀ ਪੰਕਤੀ ਹੈ, ਅੱਜ ਦੀ ਤੁਕ ਕਿਹੜੀ ਹੈ, ਉਹਨਾਂ ਨੇ ਉਸ ਤੋਂ ਅਗਲੀ ਤੁਕ ਦੱਸ ਦੇਣੀ। ਹੁਣ ਜਿਹੜੀ ਤੁਕ ਕੱਲ ਪੜ੍ਹਦੇ ਰਹੇ ਉਹਦੇ ਨਾਲ ਇੱਕ ਹੋਰ ਸ਼ੁਰੂ ਹੋ ਗਈ। ਕਹਿੰਦੇ ਮੇਰੇ ਪਿਤਾ ਜੀ ਨੂੰ ਨਿਤਨੇਮ ਤੋਂ ਇਲਾਵਾ, ਸੁਖਮਨੀ ਸਾਹਿਬ ਜੀ ਤੋਂ ਇਲਾਵਾ ਬੇਅੰਤ ਬਾਣੀਆਂ ਜ਼ਬਾਨੀ ਕੰਠ ਸੀ। ਹੁਣ ਅੱਜ ਦਾ ਉਪਦੇਸ਼ ਜਿਹੜਾ ਕੱਲ ਸੀ, ਉਹ ਉਪਦੇਸ਼ ਜਿਹੜਾ ਪਰਸੋਂ ਸੀ, ਉਹ ਉਪਦੇਸ਼ ਜੇ ਕਿਤੇ ਆਪਾਂ ਸਾਰੇ ਪੱਲੇ ਬੱਧੇ ਹੋਣ ਤੇ ਸਾਡਾ ਤਾਂ ਜੀਵਨ ਹੀ ਸਵਰ ਸਕਦਾ। ਪਰ ਸਾਡੀ ਗਲਤੀ ਇਹ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੈ ਏਕ ਨਾ ਲਾਗਈ, ਜੋ ਬਾਂਸ ਬਜਾਈਐ ਫੂਕ। ਇਹ ਸਾਡੀ ਗਲਤੀ ਹੈ। ਅਸੀਂ ਹੋ ਗਏ ਬਾਂਸ ਵਰਗੇ, ਇੱਕ ਪਾਸਿਓਂ ਫੂਕ ਵੱਜਦੀ ਹੈ, ਦੂਜੇ ਪਾਸਿਓਂ ਬਾਹਰ ਨਿਕਲ ਜਾਂਦੀ ਹੈ। ਮਹਾਭਾਰਤ ਦੀ
एक बड़ी प्यारी कथा है। जंग हो गया, कैरव हार गए, पांडव जित गए। हुण हस्तिनापुर की जिहड़ी पंचायत है उहदे ते बड़ी वड्डी जिम्मेवारी आ गई कि 5 भरा ने, राजा कौन होएगा। ये 5 भरा ने, पर राज प्रबंध की जिम्मेवारी किहनूं देनी है। पिंड की पंचायत ने 5 भरावां नूं बिठा के उन्हां दे अगे 3 मूर्तियां रख दित्तियां कि ये दसो भी इन्हां चों ठीक किहड़ी है। युधिष्ठिर ने श्री कृष्ण जी वल वेखिया भी भगवान ये की, भी जदों जंग जित लई ते गल खत्म हो गई। ये साडा अपना भी असीं पंजे चलाइए जां एक चलावे, इहदे च हुण की है। श्री कृष्ण जी कहण लगे समा लै लो। उन्हें कहा जी सानू वक्त दिओ। पंचायत ने कहा बिल्कुल ठीक है। जदों वो वापस आए, हुण वो पुछदे ने भी भगवान दसो। श्री कृष्ण जी ने कहा घा दा तीला लियाओ। घा दा तीला लियांदा। कहंदे एक मूर्ति चुको, उहदे कंन च मारो। हुण मूर्ति दे कंन च तीला मारिया ते कंन बंद सी। तीला कंन च जाना ही नहीं सी, मोरी तो है नहीं सी कंन च। श्री कृष्ण जी ने कहा भी ये मूर्ति गलत है। आख्या दूजी मूर्ति चुको, दूजी चुक लई। आख्या ये कंन विच तीला मारो, तीला मारिया, वो कंन तो दूजे पासे निकल गया। वो कहंदे ये भी मूर्ति गलत है। तीजी मूर्ति चुको, तीजी चुकी, उहदे कंन विच तीला मारिया, वो तीला कंन दे विच ही रह गया। श्री कृष्ण जी कहण लगे ये मूर्ति ठीक है। चलो सवाल का जवाब तो मिल गया। युधिष्ठिर कहन लगा भी भगवान साडे पल्ले भी तो कुछ पाओ, भी उन्हां दे सवाल दी सानू भी तो समझ आवे ना। देखो मैं एक बेनती करा, पेपर चो पास होना होर गल है, उत्थे नकल मार के भी हो जाओगे, पर्ची चला के भी हो जाओगे। पढ़े लिखे होना होर गल है। साढ़े च बहुते पास ने पर हैगे मूर्ख ने, पढ़े लिखे कोई नहीं। भाई कोई गल कही जाते आ वेखो जी मेरा सर्टिफिकेट वेखो जी, भी सर्टिफिकेट तेरी लाइफ है, सर्टिफिकेट तेरा कागज नहीं है। किताबां दे भार चुक के जे तू तेरा परिवार खिंड गया, तेरे बच्चे तेरे कोल नहीं, तेरा स्वास्थ्य ठीक नहीं, तेरे को नौकरी नहीं, रोटी नहीं, रोजी नहीं, इज्जत नहीं बची, मान सन्मान नहीं है, तो तेरे कागजां दे भार नूं की फूकना किसी ने। बई युधिष्ठिर कहन लगा महाराज समझाओ तो सही। श्री कृष्ण जी कहन लगे सुनो, हस्तिनापुर दे लोकां दा सवाल यह है कि प्रजा 3 तरह की हुंदी है। जिस राजे ने राज करना है उस राजे नूं पता होना चाहिए कि मेरी प्रजा विच 3 तरह के लोग रहिंदे ने। एक वो लोग ने जिन्हां दे कान ही नहीं हुंदे, वो सुणदे ही नहीं। हुण दसो उन्हां नूं तुसीं कहो जी टीवी ते ऐड दे दिओ जी, पब्लिसिटी करो जी, टैलीफोन ते मैसेज पा दिओ जी, उहनूं सुणदा ही नहीं। बई तुहाडा मैसेज की करेगा। प्रजा विच एक तरह के लोग वो ने जिहड़े सुणदे नहीं, दूजी तरह के लोग वो ने जिहड़े एक कंन तो सुन के दूजे कंन तो कढ दिंदे ने।
हर राजे नूं पता होना चाहिए मेरी प्रजा दे विच इदां दे भी लोग हैगे ने जिन्हां तुहाडी गल सुननी और दूजे कंन तो कढ़ देनी है, उन्हां ते तुहाडी गल दा कोई असर नहीं है। तीजे लोग वो ने जिहड़े तुहाडी गल सुन के मन्नणगे, तुहानूं सारा ध्यान उन्हां ते करना होएगा। इत्थे दरबार साहब की गल है, इंग्लैंड तो एजुकेशन का एक बहुत वड्डा ऑफिसर आया, मिनिस्टर तो नहीं सी पर सैकटरी एजुकेशन होएगा। अगर मैं ठीक कह रहा तो जिहड़े साडे इनफॉर्मेशन दे ऑफिसर सी, जिहड़ा साडा इत्थों दा गाइड सी, वो पूरा दरबार साहब उन्हें घुमा लिया, उन्होंने दर्शन करा ले, वो कान दे कोल बोलदा रहा तो इनफॉर्मेशन दफ्तर में जाके पता लगा भी इधरला कान तो बंद है। जिस कान दे नाल उन्होंने इतिहास दसिया उस कान तो उन्होंने सुनता ही नहीं सी। मैं तां बेनती की है, आ वक्त हर सिख दे वास्ते मैं जदों भी आना बेनती करदा, ये समझ लेना सब तो महंगा वक्त है। देखो कुछ गल्लां तां तुहानूं अपने पोटियां ते नोट कर लैणियां चाहीदियां ने। सब तो महंगा जीवन मनुख दा है। मनुख दे जीवन विच सब तो महंगी वस्तु श्वास है। ये सानू करोने च पता लगा भी ऑक्सीजन दे एक सिलेंडर की कितनी कीमत है। जिहड़े करोने च मरे ऑक्सीजन करके मरे ने, कोई खाण पीण करके नहीं मरे, ना कोई उल्टा पुल्टा खा के मरे है। उल्टा पुल्टा तो हुंदा ही नहीं सी उदों। कोई गोली नाल नहीं मरिया, कोई मर्डर सुनिया करोने च होया होवे। जिहड़े क्रिमिनल लोग सी वो भी भज गए। कोई नशा खा के नहीं मरिया, ना कोई बेचण वाला लभा, ना कोई खाण वाला लभा। मरे उदों जदों साह नहीं आया। जीवन दे विचों सब तो कीमती जीवन मनुख दा है ते मनुख दे जीवन विच सब तो वड्डी कीमत श्वासां दी है। एवें ना सोना चांदी लाकर च रखदे रखदे किते सारी जिंदगी गवा लिओ जे। सब तो कीमती चीज तुहाडे कोल श्वास ने, इन्हां नूं संभालो। धर्म की दुनिया दे विच सब तो कीमती गुरबाणी है। सुनते पुनीत कहते पवित्र, और तुहाडी जिंदगी दे समय विचों सब तो वध समा कीमती वो है जदों तुसी गुरु कोल बैठ के गुरु दा उपदेश सुनते हो। हुण तुसी कहोगे जी ये किते लिखिया है? हाँ लिखिया है भाई। सिख दी परिभाषा कढिओ। सिख दी परिभाषा सोढ़ी सुल्तान सतगुरु गुरु रामदास ने केवल एक बख्शिश नहीं की कि उन्होंने 4 लावां दित्तियां ने, उन्होंने सिख दी परिभाषा भी दसी है कि गुर सतगुर का जो सिख अखाए सो भलके उठ हार नाम ध्यावे। मैं तो रोज इत्थे जदों आउणा उदों ही बेनती करदा, जिथे कथा की सेवा होवे उत्थे भी करदा। तुहानूं कोई कवे मैं सरदार हाँ, हाथ जोड़ के मन लिओ, क्योंकि उहदे कोले कक्का कुर्सी भी होएगी, कक्का कार भी होएगी, उहदे घर च हो सकदा है कलर टीवी भी होवे, बड़ा कुछ होएगा। पर जिहड़े सिੱਖੀ ਦੀਆਂ निशानियां 5 कक्के ने वो भाई नंद लाल साहब नूं पुछ लेना। जदों भाई नंद लाल साहब ने कहा है ना कि निशान ए सिੱਖੀ 5 ई हरफ काफ, निशानियां भाई नंद लाल जी नूं पुछ लेना ते परिभाषा गुरु रामदास जी तो पुछ लैनी। जदों कोई व्यक्ति कहे मैं सिख हाँ, सिर्फ उन्होंने इन्नी गल पुछ लेना भी सवेरे उठदा किन्ने बजे है,
ਇਸ਼ਨਾਨ ਕਰਦਾ ਹੈ, ਪਾਠ ਕਰਦਾ ਹੈ। ਹੋ ਸਕਦਾ ਤੁਹਾਡਾ ਲੀਡਰ ਹੋਵੇ ਕੋਈ, ਕਿਉਂਕਿ ਲੀਡਰ ਹੋਣ ਲਈ ਇਸ਼ਨਾਨ ਕਰਨਾ ਜ਼ਰੂਰੀ ਨਹੀਂ ਹੈ। ਝੂਠ ਬੋਲਣਾ ਆਉਣਾ ਚਾਹੀਦਾ, ਵਾਅਦੇ ਕਰਨੇ ਆਉਣੇ ਚਾਹੀਦੇ ਨੇ, ਵੱਡੇ ਵੱਡੇ ਧੂਆਂਧਾਰ ਲੈਕਚਰ ਆਉਣੇ ਚਾਹੀਦੇ ਨੇ। ਪਰ ਸਿੱਖ ਹੋਣ ਵਾਸਤੇ ਸਵੇਰੇ ਉੱਠਣਾ ਜ਼ਰੂਰੀ ਹੈ, ਇਸ਼ਨਾਨ ਕਰਨਾ ਜ਼ਰੂਰੀ ਹੈ, ਪਾਠ ਕਰਨਾ ਜ਼ਰੂਰੀ ਹੈ। ਔਰ ਉਸ ਪਰਿਭਾਸ਼ਾ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਮੇਰਾ ਗੁਰੂ ਸਾਰਿਆਂ ਨੂੰ ਉਪਦੇਸ਼ ਨਹੀਂ ਜੇ ਦਿੰਦਾ। ਕਈਆਂ ਦਾ ਸਾਡਾ ਗੁਰਦੁਆਰੇ ਵਿੱਚ ਆਵਾਗਮਨ ਹੈ, ਕਈ ਤੇ ਤਿੰਨ ਤਿੰਨ ਗੇੜੇ ਵੀ ਮਾਰਦੇ ਨੇ, ਸਵੇਰੇ ਨਾਸ਼ਤੇ ਤੇ ਵੀ ਆ ਜਾਂਦੇ ਨੇ, ਦੁਪਹਿਰੇ ਲੰਗਰ ਦੇ ਵਕਤ ਸ਼ਾਮ ਨੂੰ ਫਿਰ ਆ ਜਾਂਦੇ ਨੇ। ਉਪਦੇਸ਼ ਗੁਰੂ ਸਾਰਿਆਂ ਨੂੰ ਨਹੀਂ ਦਿੰਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਦੋਂ ਗੁਰੂ ਉਪਦੇਸ਼ ਦਵੇ, ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਵਕਤ ਹੈ, ਇਹ ਸਭ ਤੋਂ ਮਹਿੰਗਾ ਟਾਈਮ ਹੈ। ਪਰ ਸਾਡਾ ਤੇ ਨੁਕਸਾਨ ਹੀ ਉਦੋਂ ਹੋਇਆ, ਪਤਾ ਨਹੀਂ ਕਿੰਨੇ ਕਿੱਥੋਂ ਸੁਣਿਆ, ਕਲਯੁਗ ਹੈ ਜੀ। ਜਦੋਂ ਕੋਠੀ 'ਚ ਰਹਿੰਦੇ ਉਦੋਂ ਕਿਆ ਕਰੋ ਹਾਂ ਵੀ ਅਸੀਂ ਕਲਯੁਗ 'ਚ ਰਹਿੰਦੇ ਆ। ਜਦੋਂ ਅਸੀਂ 90 ਲੱਖ ਦੀ 1.5 2 4 5 ਕਰੋੜ ਦੀ ਕਾਰ 'ਚ ਬੈਠੇ ਕਹੋ ਕਿ ਕਲਯੁਗ ਹੈ। ਗੁਰਦੁਆਰਾ ਆ ਗਿਆ ਤੇ ਕਲਯੁਗ ਹੈ। ਜਿਸ ਯੁੱਗ ਦਾ ਅਵਤਾਰ ਗੁਰੂ ਨਾਨਕ ਹੈ, ਸਾਰੇ ਸਿੱਖਾਂ ਨੇ ਡੰਡਾ ਚੁੱਕਿਆ ਹੈ ਵੀ ਇਹਨੂੰ ਮਾੜਾ ਕਹਿਣਾ ਹੈ, ਕਹੋ ਮਾੜਾ ਕਹੀ ਚੱਲੋ। ਕਲਯੁਗ ਦਾ ਅਵਤਾਰ ਕੌਣ ਹੈ? ਗੁਰੂ ਨਾਨਕ। ਤੇ ਉਹੀ ਯੁੱਗ ਮਾੜਾ ਹੈ। ਫਿਰ ਦੱਸੋ ਕੀ ਕਰੀਏ? ਫਿਰ ਹੁਣ ਸਿੱਖਾਂ ਦਾ ਕੋਈ ਇਲਾਜ ਹੈ? ਤੁਹਾਨੂੰ ਕਿਹਨੇ ਕਿਹਾ ਵੀ ਕਲਯੁਗ ਮਾੜਾ ਹੈ? ਕਲਯੁਗ ਹੈ, ਇਹ ਠੀਕ ਹੈ। ਅਬ ਕੱਲੂ ਆਇਓ ਰੇ, ਕਿਤੇ ਲਿਖਿਆ ਵੀ ਇਹ ਮਾੜਾ ਹੈ? ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇਹ ਧਾਗਿਆਂ ਦਾ, ਤਵੀਤਾਂ ਦਾ, ਜੰਡੀਆਂ ਦਾ, ਪਿੱਪਲਾਂ ਦੀ ਪੂਜਾ ਦਾ ਯੁੱਗ ਨਹੀਂ ਹੈ। ਇਹ ਮੜੀਆਂ ਤੇ ਮਸਾਣੀਆਂ ਦਾ ਯੁੱਗ ਨਹੀਂ ਹੈ। ਇਹ ਬਲੀਆਂ ਦੇਣ ਦਾ ਯੁੱਗ ਨਹੀਂ ਹੈ। ਇਹ ਚਰਸਤਿਆਂ 'ਚ ਨਹਾਉਣ ਦਾ ਯੁੱਗ ਨਹੀਂ ਹੈ। ਇੱਥੇ ਨਾਨਕ ਕਹਿ ਘਰ ਕੇਵਲ ਨਾਮ, ਸਿਰਫ ਬਾਣੀ ਪੜਨ ਦਾ ਯੁੱਗ ਹੈ, ਸਿਮਰਨ ਕਰਨ ਦਾ ਯੁੱਗ ਹੈ। ਇਸ ਯੁੱਗ ਵਿੱਚ ਕਿਸੇ ਚੀਜ਼ ਦੀ ਮਹਾਨਤਾ ਨਹੀਂ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਰ। ਆ ਹੁਣ ਸਿਆਲ ਆ ਜਾਣਾ ਹੈ, ਗੱਚਕ ਰਿਓੜੀਆਂ ਆਉਣਗੀਆਂ, ਉਹਨਾਂ ਦੇ ਉੱਤੇ ਛੋਟੇ ਛੋਟੇ ਦਾਣੇ ਲੱਗੇ ਹੋਣਗੇ ਤਿਲਾਂ ਦੇ। ਇੱਕ ਤਿਲ ਦੇ ਦਾਣੇ ਜਿੰਨਾ ਮਾਣ ਹੈ ਤੁਹਾਨੂੰ, ਜੇ ਤੁਹਾਡੀ ਤੀਰਥ ਯਾਤਰਾ ਪ੍ਰਵਾਨ ਹੋ ਗਈ ਤਾਂ, ਜੇ ਤੁਹਾਡੇ ਦਾਨ ਕੀਤੇ ਪ੍ਰਵਾਨ ਹੋ ਗਏ ਤਾਂ, ਜੇ ਤੁਹਾਡੀ ਦਇਆ ਕੀਤੀ ਪ੍ਰਵਾਨ ਹੋ ਗਈ ਤਾਂ। ਹੁਣ ਮੈਂ ਤਾਂ ਨਹੀਂ ਕਹਿ ਰਿਹਾ, ਜਪਜੀ ਸਾਹਿਬ ਕਹਿੰਦਾ, ਪਰ ਹੌਲੀ ਹੌਲੀ ਹੋ ਸਕਦਾ ਆਪਾਂ ਜਪਜੀ ਸਾਹਿਬ ਪੜ੍ਹਨਾ ਹੀ ਛੱਡ ਦਈਏ। ਤੁਸੀਂ ਵੇਖੋ ਨਾ, ਹਰ ਸਿੱਖ ਕਹਿੰਦਾ ਗਿਆਨੀ ਜੀ ਬੜੇ ਦੁਖੀ ਆ, ਦੱਸੋ ਕਿਹੜੀ ਬਾਣੀ ਪੜ੍ਹੀ ਹੈ? ਪੁੱਛੋ ਪਹਿਲਾਂ ਕਿਹੜੀ ਪੜ੍ਹੀ ਹੈ? ਪੜ੍ਹੀ ਪਹਿਲਾਂ ਵੀ ਕੋਈ ਨਹੀਂ, ਪੜ੍ਹਨੀ ਮੁੜ ਕੇ ਵੀ ਕੋਈ ਨਹੀਂ। ਮੈਂ ਤਾਂ ਕੱਲ ਪਰਸੋਂ ਬੰਗਲਾ ਸਾਹਿਬ ਬੇਨਤੀ ਕਰ ਰਿਹਾ ਸੀ, ਘਰੋਂ ਬਾਹਰ ਨਿਕਲਣਗੇ, ਮੇਰੇ ਜੀ ਫਲਾਣਾ ਬੰਦਾ ਮੱਥੇ ਲੱਗ ਗਿਆ। ਅੱਛਾ, ਉਹ ਮੱਥੇ ਲੱਗਾ, ਤੇਰਾ ਕੰਮ ਨਹੀਂ ਬਣਿਆ, ਉਹਦਾ ਮੱਥਾ ਮਾੜਾ ਹੈ, ਤੇ ਤੂੰ ਉਹਦੇ ਮੱਥੇ ਲੱਗਾ, ਉਹਨੂੰ ਵੀ ਫੋਨ ਕਰਕੇ ਪੁੱਛ ਕਿਤੇ ਮਰ ਤੇ ਨਹੀਂ ਗਿਆ। ਤੂੰ ਆਪਣੇ ਮੱਥੇ ਨੂੰ ਕਿਉਂ ਫੂਮਣ ਲਾਈ ਫਿਰਦਾ ਬਈ? ਤੇਰੇ ਮੱਥੇ ਉਹ ਲੱਗਿਆ, ਤੇਰਾ ਕੰਮ ਨਹੀਂ ਹੋਇਆ, ਗੱਲ ਸਮਝ ਆ ਗਈ। ਪਰ ਜਿਹਦੇ ਤੂੰ ਮੱਥੇ ਲੱਗਿਆ ਉਹਨੂੰ ਸਾਹ ਆਇਆ ਕਿ ਨਹੀਂ ਆਇਆ? ਉਹ ਕਿਸੇ ਗੱਡੀ ਥੱਲੇ ਆ ਕੇ ਤੇ ਨਹੀਂ ਮਰ ਗਿਆ ਕਿਤੇ? ਪਰ ਤੇਰੇ ਮੱਥੇ ਦੇ ਕਿਹੜੇ ਭਾਗ ਚੰਗੇ ਨੇ ਬਈ? ਇੱਕ ਵੀ ਸਿਆਣੀ ਗੱਲ ਆਪਾਂ ਨਹੀਂ ਕਰਦੇ। ਸਭ ਤੋਂ ਵਧੀਆ ਯੁੱਗ ਸਤਯੁੱਗ, ਦਵਾਪਰ, ਤ੍ਰੇਤਾ, ਭਣੀਏ, ਕਲਯੁੱਗ ਊਤਮੋ ਯੁੱਗਾ ਮਾਹੇ। ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਯੁੱਗ
कलयुग सब तो वधिया युग। आ पंक्ति फिर नोट कर लियो जे, सतयुग द्वापर त्रेता भणिए कलयुग ऊतमो जुगा माहे। इस युग की करामात है कि अज दुनिया में बैठे दरबार साहब की कथा सुन रहे हो तुसी। जे कथा सुन के फिर कहो जी युग माड़ा है, फिर की हल की है? साडी किस्मत कौन लिख सकता है? साडे भाग कौन बदल सकता है? मैं फिर बेनती करा, जिन्हां दे कोल थोड़ी जी भी आस्था है, शरधा है और समय है, देश नहीं विदेशों विच भी वो टीवी अगे बैठे ने। अज सुनना है श्री हरमंदर साहब दे विचों पोथी परमेश्वर के थान विचों आवाजा की आया है। आज श्री गुरु ग्रंथ साहब महाराज जी ने की श्री मुख वाक बख्शिश किया है। सच्चे पातशाह ने जिहड़ा मुख वाक बख्शिया है ये गौंड राग दे विच है। चौथे पातशाह गुरु रामदास महाराज इस बाणी दे उचारण करता सतगुरु ने बाणी नूं जदों गाउणा है तो गुरु के कीर्तनियां वास्ते हदायत है घर पहला। शब्द का आकार स्वरूप भी वड्डा है। मैं दो चार जिहड़ियां बेनतियां करनियां सी। गुरु की भाव भावनी विच मेरा हमेशा ही एक मन हुंदा है कि मैं जरूर जिन्नी सच्चे पातशाह ने मैनू मत दिती और वक़्त दिता है, इत्थे उन्हें ही बिठाया है। ना इत्थे सारी उम्र किसी ने बहना है, ना कोई बैठा है। जिस आसन हम बैठे केते बैस गया। इत्थे इस तो पहला कई मशकीन साहब वर्गे विद्वान आउंदे सी, वो आके सानू गुरु की कथा कहानियां सुणाउंदे सी। ये प्रवाह चलता रहना है, ये संसार इदा ही रहना है। अज आपां हाँ कल आपां नहीं होवांगे, पर इस वक़्त नूं गवाया ना करो। मैं कथा करन वाले नूं भी बेनती करांगा, अपना वक़्त ना गवाई। कथा सुनन वालियां नूं भी बेनती करांगा, इस वक़्त नूं गवायो ना। सब तो महंगी धरती फतेहगढ़ साहब दी है। सब तो महंगा जन्म मनुख दा है। मनुख दे जीवन विच सब तो महंगी चीज़ तुहाडे श्वास ने, ते धर्म दे विच सब तो महंगी चीज़ तुहाडे कोल गुरबाणी है। जिन्नी पढ़ लोगे, जिन्नी गा लोगे, जिन्नी सुन लोगे, उन्ना ही तुहाडा जीवन अमृत हो जाएगा। तो जे इस बाणी नूं मन लोगे, ये बाणी जो जियो जाने तिस अंतर रवे हर नामा। तुहाडे अंदर नाम का प्रवाह चलेगा, नाम की धुनी चलेगी। हाँ जी। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ये साडा मूल मंत्र है। सच्चे पातशाह ने राग गोंड के आरंभ विच परमेश्वर के मंगलाचरण के रूप में दर्ज किया है। इसका अर्थ है रब एक है। कल या परसों की गल है, शायद कल की गल ही है। अमेरिका दे विच मेरे एक दोस्त ने, वो बड़ा नाम जपते हैं। इंग्लैंड जाते ने, उत्थे बह के सिमरन साधना करते हैं। मैं कित्थे हो? कहते इंग्लैंड ही है। आ जाओ। मैं क्या आवागा। मैं भी चाहना मैं दर्शन करा जिथे संगतां बह के नाम जपदियां ने। कहते इत्थे परमेश्वर की बड़ी बख्शिश है।
मैं कहा परमेश्वर की बख्शिश ते सारियां ते है, माड़े बंदियां ते ओदी बख्शिश नहीं है। देखो माड़ियां दा रब होर नहीं, मेरी गल नूं तवज्जो देना थोड़ी जी। कोई आदमी उच्ची बांह करके कह सकता भी भैड़ियां दा रब होर है ते चंगियां दा रब होर है ना, चंगियां दा भी उही रब है, भैड़ियां दा भी उही रब है। तो मैं उन्होंने कह रहा सी, मैं क्या बहुते रब दे गुण ना गाओ, रब ने भैड़ियां दे सिर ते भी हथ रखिया होया है, चंगे नूं ते कहंदे सौ जा। तुसीं वेख लो जिन्ने अमरधारी सिख ने, बाणी बाणे वाले ने, गुरु प्यार वाले ने, उन्हों का एको ही सवाल है, ज्ञानी जी सवेरे जाग नहीं आती, नींद बड़ी आती है। तो शराबियां की जनानी नूं भी पुछ लियो, कहती ज्ञानी जी की करिए, इहदा रात को 4 बजे फिर फ्रिज खोल के बह जाता है। हुण बुरियां नूं कहंदा उठो, आ जिहड़ी रात की बची ये भी मुका दिओ, चंगियां नूं कहंदा सौ जाओ। उठाउण जगाउण वाला कौन है? हाँ, एक गल की सिफत करनी है कि चंगियां दा रब भी तू है, माड़ियां दा रब भी तू है, पर मैं तेरा धन्नवाद करदा भी तू मैनू चंगा बनाया है। तू माड़ा भी तो बना सकदा सी, जिहड़े रात नूं फ्रिजां खोल दे मैनू उन्हां 'च भी शामिल कर सकदा सी, पर तू मैनू उन्हां विच शामिल कीता है जिहड़े सवेरे उठ के बाणी पढ़ के फिर धर्मशाला की सुरत करन दा, वो फ्रिज चों नहीं कुछ लभदे, बस वो जोड़ा ही लभदे ने, पाईए तो चलीए गुरुद्वारे नूं। ये तेरी किरपा है, मैं इस करके तेरा धन्नवाद करदा। इस करके सच्चे बादशाह तेनू शाबाश है कि माड़े भी तेरे ने, पर तू मैनू चंगिया च शामिल कीता है। चंगे ते माड़े है तो सारे ही तेरे ने। एक नूर ते सब जग उपजिया, कौन भले को मंदे, सारी दुनिया ही ओदी है। पर यह चेता रखना रब एक है, चंगियां दा रब होर, माड़ियां दा रब होर नहीं, रब इको ही है, एक थां ते नहीं है। कोई एक थां नहीं जिन्हों तुसी कहो जी आ रब दी थां है, नहीं, रब सारियां थावां ते है। वो तुहाडे घर भी है, तुहाडे कारोबार विच भी है, तुहाडी कार विच भी है, तुहाडे परिवार विच भी है, वो संसार विच भी है। जल थल महियल पूरिया रविया विच वणा, सब जंगलों बेलिया च तिना भवना का मालक है। वो लोक का मालक, परलोक का मालक, मात लोक का, आकाश लोक का, पताल लोक का, सब का मालक वो एक परमात्मा है, रहिंदा सारियां थावां ते है। हाँ, सतनाम ओदा नाम सच्चा है। हाँ, करता पुरख वो परमात्मा सानू बनाउण वाला है ते सानू बना के साडे विच वसिया होया है। हाँ, निर्भव उस परमात्मा नू किसी का डर नहीं, वो डर तो रहत है, मुक्त है। हाँ, निर्वैर ओदा किसी नाल वैर भी नहीं। रब किसी का दुश्मन नहीं है। बंदिया अपना दुश्मन तू आप है। यही तो बाणी बार बार समझाती है, आपे बीजना है, आपे वढ़ना है। जिहा बीजे सो लोना है, कर्मा संदड़ा खेत, ये तो कर्मा रूपी खेती है, जिहड़ा मनुखी जीवन है। हाँ, अकाल मूरत ओदी मूरत अकाल है, समय के प्रभाव तो रहत है। ना ओदे ते बचपन आउंदा है, ना जवानी आउंदी है, ना बुढ़ेपा आउंदा है। अजूनी वो परमात्मा जूना विच नहीं आउंदा। हाँ, सैभं वो परमात्मा सुते प्रकाश है। अपने आप तो आप ही ने आप साजियो, आप ही ने रचियो, नाओ अपने आप तो पैदा होया है। गुर प्रसाद पर जे इदां दा रब तुहानू चंगा लगे, तुहानू प्यारा लगे, तुहानू अपना लगे, तुसीं उहनूं मिलना चाहो, तो मिलण दा एकमात्र तरीका गुरु दी कृपा। हाँ, राग गोंड चौपदे महला चौथा
ਘਰ ਪਹਿਲਾ। ਰਾਗ ਦਾ ਨਾਂ ਗੌਂਡ ਹੈ। ਬਾਣੀ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ। ਬਾਣੀ ਦਾ ਜਿਹੜਾ ਕਾਵ ਸਰੂਪ ਹੈ ਉਹ ਚੌਪਦੇ ਨੇ। ਬਾਣੀ ਨੂੰ ਗਾਉਣਾ ਕਿਵੇਂ ਹੈ ਉਹਦੇ ਲਈ ਹਦਾਇਤ ਹੈ ਕਿ ਘਰ ਪਹਿਲੇ ਵਿੱਚ। ਹਾਂਜੀ। ਜੇ ਮਨ ਚਿਤ ਆਸ ਰਖੇ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਐ ਮੇਰੇ ਮਨਾ, ਜੇ ਇੱਕ ਰੱਬ ਦੇ ਉੱਤੇ ਆਸ ਕਰੇਗਾ, ਇੱਕ ਨਹੀਂ ਅਨੇਕ, ਅਨੇਕ ਨਹੀਂ ਅਨੇਕਾਂ ਹੀ ਫਲ ਤੈਨੂੰ ਪ੍ਰਾਪਤ ਹੋਣਗੇ। ਸਾਡੀ ਗਲਤੀ ਕੀ ਹੈ? ਸਾਡੀ ਗਲਤੀ ਹੈ ਕਿ ਅਸੀਂ ਠਾਕੁਰ ਨੂੰ ਛੱਡ ਕੇ ਦਾਸੀ ਦੀ ਪੂਜਾ ਕਰਦੇ। ਆ ਜਾਣਾ ਹੁਣ ਦੀਵਾਲੀ ਦਾ ਪੁਰਬ ਆਉਣਾ ਹੈ, ਆਪਾਂ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਵਾਂਗੇ। ਪਰ ਸਾਰੀ ਦੁਨੀਆ ਨੇ ਲక్ష్ਮੀ ਪੂਜਾ ਕਰਨੀ ਹੈ, ਮਾਇਆ ਦੀ ਪੂਜਾ ਕਰਨੀ ਸਾਰਿਆਂ ਨੇ। ਪਰ ਜਿਸ ਧਰਮ ਦੇ ਤੁਸੀਂ ਉਹ ਨਿਆਈ ਹੋ, ਮੈਂ ਤੇ ਜਦੋਂ ਆਵਾਂ ਉਦੋਂ ਹੀ ਬੇਨਤੀ ਕਰਦਾ ਵੀ 3 ਬਚਨ ਗੁਰੂ ਨਾਨਕ ਸਾਹਿਬ ਦੇ ਮੰਨ ਲਓ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਤੇ 3 ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਲਓ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਛੁੱਟ ਜਾਓਗੇ, ਐਵੇਂ ਲੋਕਾਂ ਮਗਰ ਭੱਜੇ ਫਿਰਦੇ ਹੋ। ਕੋ ਖਾਲਸਾ ਲੱਭੋ, ਉਹਦੇ ਦਰਸ਼ਨ ਕਰ ਲਓ। ਹੈ ਕੋਈ ਪੂਰਨ ਮਨੁੱਖ, ਬਾਣੀ ਬਾਣੇ ਵਿੱਚ ਪਰਪੱਕ ਹੋਵੇ, ਗੁਰੂ ਕਲਗੀਧਰ ਪਿਤਾ ਦੀਆਂ ਬਖਸ਼ਿਸ਼ਾਂ ਦਾ ਨਵਾਜਿਆ ਹੋਵੇ, ਉਹਦੇ ਦੀਦਾਰ ਕਰ ਲਿਓ ਜੀ। ਪਰ ਪੂਜਾ ਅਕਾਲ ਕੀ ਕਰਨੀ ਹੈ। ਇੱਕ ਪਰਮਾਤਮਾ ਦੀ ਆਸ ਕਰੋ, ਛੱਡ ਦਿਓ ਬਾਕੀ। ਮੈਂ ਫਿਰ ਬੇਨਤੀ ਕਰਾਂ, 75 ਸਾਲ ਹੋ ਗਏ ਮੁਸਲਮਾਨਾਂ ਨੂੰ, ਉਹ ਪੰਜਾਬ ਛੱਡ ਕੇ ਪਾਕਿਸਤਾਨ ਚਲੇ ਗਏ, ਪਰ ਉਹਨਾਂ ਦੇ ਥਾਪੇ ਕਿਸੇ ਪੀਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਖਾਧਾ। ਚਾਹੀਦਾ ਸੀ ਵੀ ਸਾਨੂੰ ਕਿਉਂ ਛੱਡ ਕੇ ਚੱਲੇ ਹੋ, ਸਾਡੀਆਂ ਬਖਸ਼ਿਸ਼ਾਂ ਖਾਂਦੇ ਰਹੇ ਹੋ ਤੁਸੀਂ। ਉਹਦਾ ਕਾਰਨ ਇਹ ਬਣਿਆ ਵੀ ਸਿੱਖਾਂ ਨੇ ਕਿਹਾ ਕੋਈ ਨਹੀਂ ਪੀਰ ਜੀ, ਦੀਵਾ ਵੀ ਜਗਾ ਦੇਾਂਗੇ, ਰੋਟ ਵੀ ਚੜਾ ਦੇਾਂਗੇ, ਤੇ ਖੀਰ ਲੈ ਕੇ ਤੇ ਭੱਜੇ ਹੀ ਆਵਾਂਗੇ ਨਾ। ਖੀਰ ਲੈ ਕੇ ਤੇ ਭੱਜੇ ਹੀ ਆਵਾਂਗੇ। ਪੀਰ ਜੀ ਤੁਸੀਂ ਕਾਹਨੂੰ ਨਾਰਾਜ਼ ਹੁੰਦੇ ਹੋ? ਅੱਜ ਤੱਕ ਸਾਡੇ ਕੋਲੋਂ ਗੁਰੂ ਨਹੀਂ ਮਨਾਇਆ ਗਿਆ, ਪਰ ਇੱਕ ਗੱਲ ਅਸੀਂ ਕੀਤੀ ਵੀ ਕੋਈ ਪੀਰ ਰੁੱਸਣ ਵੀ ਨਹੀਂ ਦਿੱਤਾ ਸੀ। ਭਾਵੇਂ ਉਹ ਸੁਲਫਾ ਲਾਵੇ, ਭਾਵੇਂ ਸਿੱਧੀ ਸਿੱਧੀ ਬੋਤਲ ਪੀ ਜਾਏ, ਅਸੀਂ ਪੀਰ ਨਹੀਂ ਰੁੱਸਣ ਦਿੱਤੇ। ਗੁਰੂ ਮੰਨਿਆ ਕਿ ਨਹੀਂ ਮੰਨਿਆ, ਉਹ ਸਾਡੀ ਅਧੋਗਤੀ ਦੱਸਦੀ ਹੈ ਕਿ ਅੱਧੇ ਬੱਚਿਆਂ ਨੂੰ ਸਾਡਿਆਂ ਨੂੰ ਨਸ਼ਾ ਖਾ ਚੱਲਿਆ, ਅੱਧਿਆਂ ਨੂੰ ਵਿਦੇਸ਼ ਲੈ ਚੱਲਿਆ, ਧਰਤੀ ਜਿਹੜੀ ਉਹਦਾ ਪਾਣੀ ਠਾਂ ਚਲਾ ਗਿਆ, ਆਬੋ ਹਵਾ ਦੇ ਹਾਲਾਤ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ। ਮੈਂ ਫਿਰ ਬੇਨਤੀ ਕਰਾਂ, ਜਿੰਨੀਆਂ ਬੇਅਦਬੀਆਂ ਸਾਰੀਆਂ ਪੰਜਾਬ 'ਚ, ਹਰਿਆਣੇ 'ਚ ਨਹੀਂ ਹੁੰਦੀਆਂ। ਕਦੇ ਸੁਣਿਆ ਯੂਪੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ? ਕਿ ਯੂਪੀ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ? ਨਹੀਂ। ਇਹਦਾ ਅਰਥ ਇਹ ਹੈ ਸਾਰੇ ਦੁਸ਼ਮਣ ਪੰਜਾਬ 'ਚ ਪੈਦਾ ਕਰ ਲਏ ਤੁਸੀਂ। ਹਰਿਆਣੇ 'ਚ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਕੋਈ ਬੇਅਦਬੀ ਕਰਦਾ, ਕੋਈ ਯੂਪੀ 'ਚ ਕਰਦਾ, ਕੋਈ ਉੱਤਰਾਖੰਡ 'ਚ, ਹਿਮਾਚਲ 'ਚ ਕਰਦਾ ਕੋਈ? ਕਦੇ ਸੁਣਿਆ ਬੰਬੇ ਮਹਾਰਾਸ਼ਟਰ ਬੇਅਦਬੀ ਹੋਈ ਮਹਾਰਾਜ ਦੀ? ਨਹੀਂ। ਤੇ ਕੀ ਉਹ ਸਾਰੇ ਸਿੱਖ ਨੇ? ਨਹੀਂ। ਉਹ ਸਿੱਖ ਨਹੀਂ ਤੇ ਬੇਅਦਬੀ ਵੀ ਨਹੀਂ। ਤੇ ਪੰਜਾਬ ਨੂੰ ਕੀ ਹੋ ਗਿਆ? ਇਹਦਾ ਅਰਥ ਇਹ ਹੈ ਕਿ ਇੱਥੇ ਦੁਸ਼ਮਣ ਬਹੁਤੇ ਨੇ, ਅਸੀਂ ਦੁਸ਼ਮਣ ਪੈਦਾ ਕਰ ਲਿਆ, ਆਪ ਹੀ ਸੱਪਾਂ ਨੂੰ ਦੁੱਧ ਪਿਆ ਲਿਆ, ਜਿਹੜੇ ਰੋਜ਼ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਜਾ ਕੇ ਮਹਾਰਾਜ ਦੀ ਬੇਅਦਬੀ ਕਰ ਆਉਂਦੇ ਨੇ। ਭਾਈ ਗੁਰਸਿੱਖੋ, ਇੱਕ ਪਰਮਾਤਮਾ ਨੂੰ ਮੰਨੋ। ਜਿੱਦਨ ਪਰਮਾਤਮਾ ਨੂੰ ਮੰਨੋਗੇ, ਇੱਕ ਨਹੀਂ, 2 ਨਹੀਂ, 4 ਨਹੀਂ, ਅਨੇਕਾਂ ਅਨੇਕਾਂ ਫਲ ਤੁਹਾਨੂੰ ਮਿਲਣਗੇ। ਹਾਂਜੀ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ,
ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਹਰੀ ਪਰਮੇਸ਼ਰ ਜਾਣਦਾ ਹੈ ਕਿ ਸਾਡੇ ਅੰਦਰ ਕੀ ਵਰਤਦਾ ਹੈ, ਮੈਂ ਕੀ ਚਾਹੁੰਦਾ। ਹੁਣ ਤੁਹਾਨੂੰ ਪਤਾ ਹੈ, ਰੱਬ ਨੂੰ ਕੀ ਪਤਾ ਹੈ। ਆਪਾਂ ਆਉਨੇ ਨਾ ਕਹਿੰਦੇ ਮਹਾਰਾਜ ਪੁੱਤਰ ਦੇ ਦਿਓ, ਤੇ ਜੇ ਰੱਬ ਪੁੱਛੇ ਵੀ ਲੰਗੜਾ ਲੂਲਾ ਦੇ ਦਿਆਂ, ਉਹਨੂੰ ਪਤਾ ਹੈ ਵੀ ਲੰਗੜਾ ਲੂਲਾ ਨਹੀਂ ਲੈਣਾ ਇਹਨਾਂ ਨੇ। ਇਹ ਜੇ ਰੱਬ ਕਵੇ ਵੀ ਕੋਈ ਅਨਪੜ੍ਹ ਖੋਤਾ ਜਿਹਾ ਦੇ ਦਿਆਂ, ਉਹਨੂੰ ਪਤਾ ਇਹਨੇ ਇਹ ਵੀ ਨਹੀਂ ਲੈਣਾ। ਕਾਲਾ ਕਲੂਟਾ ਜਿਹਾ ਮੁੰਡਾ ਦੇ ਦਈਏ, ਉਹਨੂੰ ਪਤਾ ਹੈ ਇਹਨੇ ਨਹੀਂ ਲੈਣਾ। ਇਹਨੇ ਤਾਂ ਜੰਮਦੇ ਹੀ ਕਹਿਣਾ ਮੇਰਾ ਮੁੰਡਾ ਚੰਨ ਵਰਗਾ ਹੈ। ਉਹ ਚਾਹੀਦਾ ਜਿਹੜਾ ਸੋਹਣੀ ਜੀ ਨੂੰਹ ਲੈ ਕੇ ਘਰ ਆਵੇ, ਸੋਹਣੇ ਸੋਹਣੇ ਅੱਗੋਂ ਪੋਤਰੇ ਹੋਣ, ਪੜ੍ਹਿਆ ਲਿਖਿਆ ਹੋਵੇ, ਕਮਾਊ ਹੋਵੇ। ਹੁਣ ਇਹ ਗੱਲਾਂ ਸਾਰੀਆਂ ਗੁਰੂ ਜਾਣਦਾ, ਹੋਰ ਕੌਣ ਜਾਣਦਾ? ਜੰਡੀਆਂ ਪਿਪਲਾਂ ਨੂੰ ਕੀ ਪਤਾ ਤੁਸੀਂ ਕੀ ਮੰਗਦੇ ਹੋ? ਗੁਰਦੁਆਰੇ ਆਇਆ ਕਰੋ, ਰੱਬ ਦੀ ਪੂਜਾ ਹੀ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਉਹ ਜਾਣਦਾ ਹੈ, ਹਰ ਜਾਣੇ ਸਭ ਕਿਛ ਜੋ ਜੀ ਵਰਤੈ, ਜਿਹੜੇ ਤੁਹਾਡੇ ਅੰਦਰ ਵਰਤਦੀ ਗੱਲ ਹੈ। ਉਹਨੂੰ ਪਤਾ ਹੈ ਇਕੱਲਾ ਮੁੰਡਾ ਨਹੀਂ ਮੰਗਦੇ, ਕੱਲ ਨੂੰ ਇਹਨੇ ਨੌਕਰੀ ਵੀ ਮੰਗਣੀ ਹੈ, ਸੋਹਣੀ ਜੀ ਨੂੰਹ ਵੀ ਮੰਗਣੀ ਹੈ, ਮੁੜ ਕੇ ਪੋਤਰੇ ਵੀ ਮੰਗਣੇ ਨੇ। ਇਹ ਤਾਂ ਬਾਬੇ ਨੂੰ ਪਤਾ ਹੈ ਨਾ, ਬਾਕੀ ਕਿਹਨੂੰ ਪਤਾ ਹੈ? ਅਸੀਂ ਇੱਕ ਚੀਜ਼ ਨਹੀਂ ਮੰਗਦੇ, ਉਹਦੇ ਪਿਛਲੇ ਬੰਨੇ ਇੱਕ ਲੰਬੀ ਇੱਕ ਹੋਰ ਲਿਸਟ ਹੈ। ਇਸ ਕਰਕੇ ਭਾਈ ਉਹਦੀ ਪੂਜਾ ਕਰੋ, ਉਹਨੂੰ ਮੰਨੋ ਜਿਹੜਾ ਦੇਣ ਵਾਲਾ ਹੈ। ਤੇ ਜਪਜੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿੰਨੇ ਵਾਰੀ ਕਿਹਾ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਹੁਣ ਦੱਸੋ ਤੁਹਾਡੇ ਕਿੰਨੇ ਦਾਤੇ ਨੇ ਜੀ? ਹੁਣ ਕਈ ਵਾਰੀ ਇੱਥੇ ਮਤਲਬ ਜ਼ੁਬਾਨ ਬਹੁਤ ਸੰਕੋਚ ਲਈਦੀ ਹੈ। ਸਾਡੇ ਕਿੰਨੇ ਦਾਤੇ ਨੇ, ਕਿੰਨੇ ਕਿੰਨਿਆਂ ਨੂੰ ਅਸੀਂ ਰੱਬ ਮੰਨ ਕੇ ਬੈਠੇ ਹੋਏ ਆ। ਪਰ ਰੱਬ ਇੱਕੋ ਹੀ ਹੈ ਜਿਹੜਾ ਸਾਡੇ ਅੰਦਰ ਦੀ ਜੀ ਦੀ ਵਾਰਤਾ ਨੂੰ ਵੀ ਜਾਣਦਾ ਹੈ। ਔਰ ਇਹ ਵੀ ਚੇਤਾ ਰੱਖਣਾ ਕਿ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤੁਹਾਡਾ ਮੱਥਾ ਟੇਕਿਆ ਵੀ, ਤੁਹਾਡਾ ਇੱਕ ਵਾਹਿਗੁਰੂ ਆਖਿਆ ਵੀ, ਤੁਹਾਡਾ ਇੱਕ ਮੂਲ ਮੰਤਰ ਦਾ ਪਾਠ ਵੀ ਅਜਾਈ ਨਹੀਂ ਜਾਏਗਾ। ਹਾਂਜੀ, ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮੈਂ ਸੁਆਮੀ ਰਹਿਆ ਸਮਾਈ। ਆਸ ਉਸ ਵਾਹਿਗੁਰੂ ਦੀ ਕਰਿਓ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ। ਇਹ ਜ਼ਰੂਰ ਆਸ ਕਰੋ, ਰੱਬ ਦੀ ਆਸ ਕਰੋ। ਪਤਾ ਕਰ ਲਓ ਰੱਬ ਕੌਣ ਹੈ। ਰੱਬ ਉਹ ਹੈ ਜਿਹੜਾ ਸਾਰਿਆਂ ਵਿੱਚ ਹੈ। ਇੱਥੇ ਹੈ ਉੱਥੇ ਨਹੀਂ ਹੈ, ਉਹ ਰੱਬ ਨਹੀਂ ਹੈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਐ ਮੇਰੇ ਮਨਾ ਜਗਤ ਈਸ਼ਵਰ ਸ੍ਰਿਸ਼ਟੀ ਦੇ ਪਾਲਣ ਵਾਲੇ ਦੀ ਆਸ ਕਰੀ, ਉਹਦਾ ਭਰੋਸਾ ਕਰੀ, ਉਹਦਾ ਵਿਸ਼ਵਾਸ ਕਰੀ, ਉਹਦੀ ਮਨ ਵਿੱਚ ਉਡੀਕ ਰੱਖੀ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾਨੇ ਫਲ ਆਸ ਸਭ ਬਿਰਥੀ ਜਾਈ। ਜੋ ਬਿਨਾ ਹਰੀ ਤੋਂ ਆਸ ਕਰਦੇ ਨੇ ਉਹਨਾਂ ਦੀ ਆਸ ਵਿਅਰਥ ਹੈ, ਉਹਨਾਂ ਨੂੰ ਕੁਛ ਨਹੀਂ ਮਿਲਦਾ। ਇਹ ਨੇਫਲ ਹੈ। ਉਹਦੀ ਆਸ ਕਰਕੇ ਕੀ ਕਰੋਗੇ ਜਿਹਦੇ ਕੋਲ ਹੈ ਹੀ ਕੁਝ ਨਹੀਂ, ਜਿਹੜਾ ਆ ਹੀ ਨਹੀਂ ਸਕਦਾ, ਜਿਹੜਾ ਦੇ ਹੀ ਨਹੀਂ ਸਕਦਾ। ਉਹਦੀ ਆਸ ਨਾ ਕਰਿਓ ਜੀ। ਹਾਂਜੀ, ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ, ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਹ ਜਿਹੜੀ ਮਾਇਆ ਹੈ, ਮੋਹ ਹੈ, ਪਰਿਵਾਰ ਹੈ, ਮਤਾਂ, ਇਹਨਾਂ ਦੀ ਆਸ ਦੇ ਵਿੱਚ ਕਿਤੇ ਆਪਣਾ ਜਨਮ ਨਾ ਗਵਾ ਲਿਓ। ਹਾਂਜੀ, ਇਨ ਕੈ ਕਿਛ ਹਾਥ ਨਹੀਂ, ਕਹਾ ਕਰੇ ਇਹ ਬਪੜੇ, ਇਨ ਕਾ ਵਾਹਿਆ ਕਛ ਨਾ ਵਸਾਈ। ਇਹਨਾਂ ਦੇ ਹੱਥ ਵਿੱਚ ਕੁਝ ਨਹੀਂ, ਨਾ ਮਾਇਆ ਦੇ ਹੱਥ ਵਿੱਚ ਕੁਝ ਹੈ, ਨਾ ਪਰਿਵਾਰ ਦੇ ਹੱਥ ਵਿੱਚ ਕੁਝ ਹੈ। ਇਸ ਕਰਕੇ ਭਾਈ ਇਹਨਾਂ ਦਾ ਕੀਤਾ ਹੋਇਆ ਇਨ ਕੈ ਕਿਛ ਹਾਥ ਨਹੀਂ, ਕਹਾਂ ਕਰੇ ਇਹ ਬਪੜੇ। ਇਹ ਵਿਚਾਰੇ ਕੀ ਕਰਨਗੇ? ਕਿਉਂਕਿ ਇਨਕਾ ਵਾਹਿਆ ਕਛ ਨਾ ਵਸਾਈ। ਇਹਨਾਂ ਦਾ ਕੀਤਾ ਕੁਝ ਨਹੀਂ ਹੋਣਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਜੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉ ਰੱਖੀਐ। ਜਿੱਥੇ ਰੱਬ ਰੱਖੇਗਾ ਉੱਥੇ ਰਹਿਣਾ ਪੈਣਾ ਹੈ। ਨਹੀਂ ਤੇ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਗਰੀਬ ਰਹਿਣ ਦਿੰਦਾ? ਨਾ।
ਕੋਈ ਮਾਂ ਪਿਓ ਆਪਣੇ ਬੱਚੇ ਨੂੰ ਅਨਪੜ੍ਹ ਰਹਿਣ ਦਿੰਦਾ ਨਾ। ਕਿਸੇ ਮਾਂ ਪਿਓ ਨੇ ਆਪਣੇ ਬੱਚੇ ਨੂੰ ਇੰਡੀਆ 'ਚ ਰੱਖਣਾ ਸੀ ਨਾ, ਨਾ, ਸਾਰੇ ਅਮਰੀਕਾ ਘੱਲ ਦੇਣੇ ਸੀ। ਮਾਂ ਪਿਓ ਦੇ ਕੀਤਿਆਂ ਵੀ ਕੁਝ ਨਹੀਂ ਹੋਣਾ। ਕਰੇ ਹੈ ਰਾਮ ਹੋਏ ਹੈ ਸੋਏ। मेरे मान आस कर हर प्रीतम अपने की, जो तुझ तारै तेरा कुटुंब सब छड़ाई। ਐ ਮੇਰੇ ਮਨਾ ਆਸ ਕਰੀ ਪ੍ਰੀਤਮ ਪਰਮਾਤਮਾ ਦੀ, ਜਿਹੜਾ ਤੈਨੂੰ ਤਾਰੇਗਾ, ਜਿਹੜਾ ਤੇਰੇ ਪਰਿਵਾਰ ਨੂੰ ਵੀ ਛੁਡਾਵੇਗਾ। ਹਾਂਜੀ। जे किच आस अवर करे पर मित्री, मत तू जान है तेरा कितै कम आई। ਮਤਾ ਕਿਤੇ ਆਪਣੇ ਪਰਮ ਮਿੱਤਰਾਂ ਦੀ ਆਸ ਕਰੀ, ਇਹ ਤੇਰੇ ਕੰਮ ਨਹੀਂ ਆਉਣੇ। ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ, ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਲਾਸਾ। ਇਹਦਾ ਬੜਾ ਛੋਟਾ ਜਿਹਾ ਪ੍ਰਮਾਣ ਹੈ। ਜਦੋਂ ਕਿਸੇ ਦੇ ਘਰ ਜਾਓ ਜ਼ਰੂਰ ਪੁੱਛੋ, ਭਾਜੀ ਇਹ ਨਾਲ ਦਾ ਘਰ ਕਿਹਦਾ ਹੈ? ਉਹ ਕਹੂਗਾ ਜੀ ਭਰਾ ਦਾ ਹੀ ਹੈ। ਤੇ ਬੁਲਾ ਲਓ ਫਿਰ। ਨਹੀਂ, ਸਾਡੇ ਨਾਲ ਬੋਲ ਚਾਲ ਨਹੀਂ ਹੈਗਾ। ਬਸ ਇਹ ਇਸ ਤੋਂ ਵੱਡੀ ਹੋਰ ਉਦਾਹਰਨ ਦੀ ਲੋੜ ਕੋਈ ਨਹੀਂ ਹੈ। ਹੁਣ ਪੁੱਛੋ ਵੀ ਸਕੇ ਭਰਾ ਨੂੰ ਇੱਕ ਮਾਂ ਦੇ ਪੇਟ ਤੋਂ ਜੰਮੇ ਹੋ, ਤੁਹਾਡਾ ਕੀ ਪਵਾੜਾ ਪੈ ਗਿਆ ਬਈ? ਨਹੀਂ ਇੱਕ ਦੂਜੇ ਦਾ ਕੰਮ ਕਿਤੇ ਕੀਤਾ ਹੋਣਾ, ਨਹੀਂ ਇੱਕ ਦੂਜੇ ਦੇ ਕੰਮ ਆਏ ਹੋਣੇ। ਜੇ ਇੱਥੋਂ ਤੱਕ ਦੁੱਧ ਫੁੱਟ ਸਕਦਾ ਹੈ, ਇੱਥੋਂ ਤੱਕ ਬੁੱਧ ਮਾਰੀ ਜਾ ਸਕਦੀ ਹੈ, ਤੇ ਬਾਕੀਆਂ ਦੇ ਆਪਾਂ ਕਿਹੜੇ ਆਪਾਂ ਵੱਡੇ ਵੱਡੇ ਕੋਈ ਆਸ ਕਰਕੇ ਤੇ ਬਹਾਨੇ ਉਡੀਕਾਂ ਦੇ ਵਿੱਚ ਬਹਿ ਜਾਈਏ, ਸਭ ਵਿਅਰਥ ਹੈ। ਹਾਂਜੀ। ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ, ਖਿਨ ਮੈਂ ਝੂਠ ਬਿਨਸ ਸਭ ਜਾਈ। ਅਸਲ ਵਿੱਚ ਇਹ ਸਾਰਾ ਮਾਇਆ ਦਾ ਮੋਹ ਪਸਾਰਾ ਹੈ। ਗੁਰੂ ਜੀ ਇਸ ਤੋਂ ਅਗਲੀ ਗੱਲ ਵੀ ਕਰਦੇ, ਮੰਨ ਲਓ ਤੁਹਾਡੇ ਭਰਾ ਤੁਹਾਡੇ ਤੇ ਮਰਨ, ਤੁਹਾਡੇ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਸਭ ਤੁਹਾਡੇ ਨਾਲ ਚੱਲਣ, ਪਰ ਇਹ ਚੇਤਾ ਰੱਖਣਾ ਅਖੀਰ ਫਿਰ ਵੀ ਇਕੱਲੇ ਨੇ ਜਾਣਾ। ਇਹ ਲੋਕ ਵੀ ਨਾ ਮੜੀਆਂ ਤੱਕ ਹੀ ਜਾਂਦੇ ਨੇ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਇਹ ਵੀ ਚੇਤਾ ਰੱਖੀ। ਸਾਡਾ ਇੱਕ ਦਿੱਲੀ ਦਾ ਲੀਡਰ ਉਹ ਕਹਿੰਦਾ ਹੁੰਦਾ ਸੀ ਵੀ ਆਪਣਾ 16 ਪੜ੍ਹ ਕੇ ਸੋਇਓ, ਇਹ ਨਾ ਆਸ ਕਰਿਓ ਕਿ ਕੋਈ ਪੜ੍ਹ ਦੇਗਾ ਤੇ ਫਿਰ ਉਹ ਪੜ੍ਹਨ ਵਾਲੇ ਉਹੀ ਹੋਣਗੇ ਜਿਹੜੇ ਤੁਹਾਨੂੰ ਅੱਗ ਲਾ ਕੇ ਹਟਣਗੇ। ਜਿਨ੍ਹਾਂ ਤੁਹਾਨੂੰ ਫੂਕਣਾ ਹੈ ਉਹਨਾਂ ਦੇ 16 ਦੀ ਆਸ ਨਾ ਕਰਿਓ, ਉਹਨਾਂ ਤੇ ਤੁਹਾਡਾ ਪੜ੍ਹ ਹੀ ਦੇਣਾ ਹੈ। ਪਰ ਆਪਣਾ ਆਪ ਪੜ੍ਹ ਲਿਓ ਜੋ ਚੰਗੀ ਗੱਲ ਹੈ। ਆਪ ਹੀ ਪੜ੍ਹ ਲਿਓ ਵੀ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਮਿੱਤਰ ਵੀ ਹੋਣ, ਭੈਣ ਭਰਾ ਵੀ ਹੋਣ, ਪਰ ਇਹ ਚੇਤਾ ਰੱਖਣੀ ਅੱਗ ਵੀ ਤੈਨੂੰ ਆਪਣਿਆਂ ਨੇ ਲਾਉਣੀ ਹੈ। ਆਪਣੇ ਗਿਣਦਾ ਹੈ ਨਾ, ਤੇ ਫੂਕਣਗੇ ਵੀ ਆਪਣੇ, ਇਹ ਵੀ ਚੇਤਾ ਰੱਖੀ। ਮੜੀਆਂ ਤੋਂ ਅੱਗੇ ਕੋਈ ਨਹੀਂ ਹੈ, ਉਹ ਵੀ ਉੱਥੋਂ ਤੱਕ ਹੀ ਜਾਣਗੇ। ਹਾਂਜੀ। मेरे मान आशा कर हर प्रीतम साचे की, जो तेरा घालिया सब थाए पाई। ऐ मेरे मना आस कर उस प्रीतम परमात्मा दी, जिन्हें तेरी कोई घालना गवाउणी नहीं। हर तेरा कीता होया उस परमात्मा ने सफला करना है। हाँ जी। आसा मनसा सब तेरी मेरे स्वामी, जैसी तू आस करावह तैसी को आस कराई। परमात्मा आसा मनसा सब तेरी है, कराउण वाला भी तू है, करन वाला भी तू है। ਜਦੋਂ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਜਾਓਗੇ ਫਿਰ ਸਮਝ ਆਏਗੀ ਕਿ ਜੇ ਮੈਂ ਚੰਗੇ ਪਾਸੇ ਤੁਰਿਆ ਤੇ ਉਸੇ ਨੇ ਤੋਰਿਆ। ਜਨਮ ਵੀ ਉਹਨੇ ਦਿੱਤਾ ਹੈ, ਮਾਂ ਪਿਓ ਵੀ ਉਹਨੇ ਦਿੱਤੇ ਨੇ, ਭੈਣ ਭਰਾ ਵੀ ਉਹਨੇ ਦਿੱਤੇ ਨੇ, ਚੰਗੀ ਸੰਗਤ ਵੀ ਉਹਨੇ ਦਿੱਤੀ, ਮਾੜੀ ਵੀ ਉਹਨੇ ਦਿੱਤੀ ਹੈ। ਮਾੜੇ ਪਾਸੇ ਵੀ ਉਹੀ ਲਾਉਂਦਾ, ਚੰਗੇ ਪਾਸੇ ਵੀ ਉਹੀ ਲਾਉਂਦਾ। ਇਸ ਕਰਕੇ ਤੂੰ ਆਸ ਕਰਾਵੇਂ ਤੈਸੀ ਕੋ ਆਸ ਕਰਾਈ। ਜਿੱਧਰ ਤੂੰ ਲਾਏਗਾ ਉਧਰ ਲੱਗ ਜਾਏਗਾ। ਜਿਹੋ ਜਿਹੀਆਂ ਤੂੰ ਆਸਾਂ ਕਰਾ ਦੇਵੇਂਗਾ ਉਹੋ ਜਿਹੀ ਆਸਾਂ ਮਨੁੱਖ ਆਪਣੇ ਜੀਵਨ ਵਿੱਚ ਵਸਾ ਲੈਣਗੇ। ਹਾਂਜੀ। किच किसी कै हाथ नाही मेरे स्वामी, ऐसी मेरे सतगुर बूझ बुझाई। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪ੍ਰਮਾਤਮਾ ਇਹ ਗੱਲ ਮੈਨੂੰ ਮੇਰੇ ਗੁਰੂ ਨੇ ਦੱਸੀ ਹੈ। ਜੇ ਪੁੱਛਿਆ ਜਾਏ ਵੀ ਇਹ ਗੁਰੂ ਰਾਮਦਾਸ ਜੀ ਆਪ ਜੀ ਨੂੰ ਕਿੱਦਾਂ ਪਤਾ ਲੱਗਿਆ, ਉਹ ਕਹਿੰਦੇ ਮੈਨੂੰ ਗੁਰੂ ਅਮਰਦਾਸ ਜੀ ਨੇ ਦੱਸੀ ਹੈ। ਐਸੀ ਮੇਰੇ ਸਤਗੁਰ ਬੂਝ ਬੁਝਾਈ।
मैनू गुरु अमरदास जी ने दसिया है कि किश किसी के हाथ नाही मेरे स्वामी, किसी के हथ में कुछ है ही नहीं, किदे कोल जाइए किनों कहिए, कोई कर सके तो कभी कही है ना किसी को, जदों कोई कर ही नहीं सकता किसी के हथ में ही कुछ नहीं है। तुसीं वेख लो जदों बंदा मर जाए ਵੱਡੇ ਵੱਡੇ ਲੀਡਰ ਆਉਣਗੇ, ਨੇਤਾ ਆਉਣਗੇ, ਅਫਸਰ ਆਉਣਗੇ, ਹਾਂਜੀ ਪ੍ਰਸ਼ਾਸਨ ਦੇ ਲੋਕ ਵੀ ਆਉਣਗੇ, ਹੱਥ ਜੋੜ ਕੇ ਬਹਿ ਜਾਣਗੇ, ਪੁੱਛੋ ਵੀ ਕੁਛ ਕਰੋ ਸਰ, ਤੁਸੀਂ ਏਡੇ ਏਡੇ ਵੱਡੇ ਅਫਸਰ ਮੰਤਰੀ, ਉਹ ਕਹਿੰਦੇ ਨੇ ਜਿਸ ਠਾਕਰ ਸੇ ਉਹ ਨਹੀਂ ਚਾਰਾ ਤਾਕੋ ਕੀਜੈ ਸਦ ਨਮਸਕਾਰ। ਸਭ ਦੇ ਹੱਥ ਜੁੜੇ ਹੋਏ ਨੇ, ਨਹੀਂ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ। ਹਾਂਜੀ ਜਨ ਨਾਨਕ ਕੀ ਆਸ ਤੂੰ ਜਾਣਹਿ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਮੇਰੀ ਨਾਨਕ ਦੀ ਆਸ ਤੂੰ ਜਾਣਦਾ ਹੈ। ਮੈਂ ਚਾਹੁੰਦਾ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ, ਮੈਂ ਤ੍ਰਿਪਤ ਹੋ ਜਾਵਾਂ, ਇਹ ਮੇਰੀ ਆਸ ਪੂਰੀ ਕਰ ਦਿਓ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਪੱਲੇ ਬੰਨ੍ਹ ਲੈਣਾ, ਭੁੱਲਾਂ ਬਖਸ਼ ਦੇਣੀਆਂ, ਅਸੀਸ ਦੇਣੀ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ। ਵਿਸ਼ੇਸ਼ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ, ਜਥੇਦਾਰ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਆਪਾਂ ਪਾਠ ਸਰਵਣ ਕਰੀਏ। ਹਾਂਜੀ ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰੇ ਸਤਿਗੁਰ ਬੂਝ ਬੁਝਾਈ। ਜਨ ਨਾਨਕ ਕੀ ਆਸ ਤੂੰ ਜਾਣਹਿ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।